ਲੁਧਿਆਣਾ ਦੇ ਥਾਣਾ ਡੇਲੋਂ ਅਧੀਨ ਪੈਂਦੇ ਪਿੰਡ ਖਾਨਪੁਰ ਨੇੜੇ ਬਣੇ ਪ੍ਰਭੂ ਕੇ ਡੇਰੇ 'ਚ ਡੇਰੇ ਦੇ ਸਾਧ ਅਤੇ ਉਸ ਦੇ ਚੇਲਿਆਂ ਵੱਲੋਂ ਸਿਹਤ ਕਰਮੀ ਸਿੱਖ ਨੌਜਵਾਨ ਨਾਲ ਕੀਤੇ ਅਣਮਨੁੱਖੀ ਤਸ਼ੱਦਦ, ਉਸ ਦੀ ਪੱਗ ਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ 'ਚ ਹੁਣ ਸੰਤ ਸਿਪਾਹੀ ਗਰੁੱਪ ਲੁਧਿਆਣੇ ਵਾਲੇ ਭਾਈ ਦਵਿੰਦਰ ਸਿੰਘ ਨੇ ਡੇਰੇ ਦੇ ਸਾਧ ਨੂੰ ਸਿੱਧੀ ਲਲਕਾਰ ਮਾਰੀ ਹੈ। ਉਹਨਾਂ ਮੀਡੀਆ ਸਾਹਮਣੇ ਕਿਹਾ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ, ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮਾਮਲੇ ਤੇ ਅਜੇ ਤੱਕ ਚੁੱਪ ਨੇ। ਉਹਨਾਂ ਕਿਹਾ ਕਿ ਜੇ ਮੈਂ ਅੱਜ ਲੁਧਿਆਣੇ ਹੁੰਦਾ ਤਾਂ ਹੁਣ ਤੱਕ ਉਸ ਸਾਧ ਦੀਆਂ ਜਟਾਂ ਪੁੱਟ ਕੇ ਧਰਤੀ 'ਚ ਲਾ ਦੇਣੀਆਂ ਸੀ। ਉਹਨਾਂ ਸਿੱਖ ਨੌਜਵਾਨ ਦੀ ਦਾੜੀ ਪੁੱਟਣ ਵਾਲੇ ਸਾਧ ਨੂੰ ਲਲਕਾਰਦਿਆਂ ਕਿਹਾ ਕਿ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਉਸ ਨੂੰ ਅਤੇ ਉਸ ਦੇ ਚੇਲਿਆਂ ਨੂੰ ਗ੍ਰਿਫਤਾਰ ਕਰ ਲਵੇ ਤੇ ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਹਵਾਲਾ ਦਿੰਦੇ ਕਿਹਾ ਕਿ ਹੁਣ ਡੇਰੇ ਤੇ ਖਾਲਸੇ ਦਾ ਕਬਜ਼ਾ ਹੋਵੇਗਾ। ਵੀਰ ਜੀ, ਬਹੁਤ ਮੰਦਭਾਗੀ ਘਟਨਾ ਵਾ। ਆਏ ਦਿਨ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਵਹਿੰਦੇ ਰਹਿੰਦੇ ਹਾਂ ਕਿ ਸਰਦਾਰ ਦੀ ਪੱਗ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਲੀ ਜਾਂਦੀ ਹੈ। ਪਿਛਲੇ ਦਿਨੀ ਤੁਸੀਂ ਵੇਖਿਆ ਇੱਥੇ ਇੱਕ ਡਰਾਈਵਰ ਵੀਰ ਦੀ ਪੱਗ ਜਿਹੜੀ ਆ ਉਹ ਰੋਲੀ ਗਈ ਹੈ ਨਾਲੀ ਦੇ ਵਿੱਚ। ਪਿਛਲੇ ਦਿਨ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਪਤਾ ਨਹੀਂ ਇਹ ਜਗ੍ਹਾ 'ਤੇ ਵੀ ਇੱਕ ਵੀਰ ਦੀ ਜਿਹੜੀ ਪੱਗ ਰੋਲੀ ਗਈ ਆ। ਅੱਜ ਜਿਹੜੀ ਮੈਂ ਸਮਝਦਾ ਵਾਂ ਜਿਹੜੀ ਇਹ ਅੱਗ ਆ ਨਾ, ਇਹ ਸਾਡੇ ਪੰਜਾਬ 'ਚ ਵੜ ਚੁੱਕੀ ਆ ਅਤੇ ਇਹ ਲੀਡਰਾਂ ਨੇ ਵਾੜੀ ਆ। ਅਤੇ ਮੈਂ ਪੰਜਾਬ ਦੀ ਜਨਤਾ ਨੂੰ, ਗੁਰੂ ਦੇ ਸਿੱਖਾਂ ਨੂੰ, ਸਿੱਖ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ, ਵੀਰ ਜੀ ਇਹ ਨਾ ਸੋਚੋ ਵੀ ਅੱਜ ਉਹਦੀ ਪੱਗ ਲੱਥੀ ਆ, ਅੱਜ ਤੁਹਾਡੇ ਭਰਾ ਦੀ ਪੱਗ ਲੱਥੀ ਆ, ਇੱਕ ਸਿੱਖ ਦੀ ਪੱਗ ਲੱਥੀ ਆ। ਇਹ ਉਦਣ ਤੁਹਾਨੂੰ ਇਹ ਸੇਕ ਦਾ ਪਤਾ ਲੱਗਣਾ ਜਿੱਦਣ ਇਹ ਸੇਕ ਤੁਹਾਡੇ ਘਰ ਤੱਕ ਪਹੁੰਚਿਆ। ਅੱਜ ਤੇ ਇਹ ਅੱਗ ਦੂਰ ਦੂਰ ਆ ਨਾ, ਇਹ ਤੁਹਾਨੂੰ ਸੁਚੇਤ ਹੋਣ ਦੀ ਲੋੜ ਆ, ਠੀਕ ਆ। ਇਸ ਕਰਕੇ ਸਾਰੇ ਇਕੱਤਰ ਹੋਵੋ। ਜਥੇਬੰਦੀਆਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਥੇ ਜਥੇਬੰਦੀਆਂ ਵੱਖ-ਵੱਖ ਆਪੋ ਆਪਣੇ ਜਿਹੜੇ ਜਾ ਕੇ ਮਿਲਦੀਆਂ ਨਾ, ਜਾ ਕੇ ਜਥੇਦਾਰ ਸਾਹਿਬ ਨੂੰ ਬੇਨਤੀਆਂ ਕਰਦੀਆਂ, ਇੱਕ ਦਿਨ ਨਿਸ਼ਚਿਤ ਕਰੋ, ਇੱਕ ਦਿਨ ਸਾਰੇ ਇਕੱਠੇ ਹੋਵੋ, ਠੀਕ ਆ ਨਾ। ਜਥੇਦਾਰ ਸਾਹਿਬ ਭਾਵੇਂ ਦਮਦਮਾ ਸਾਹਿਬ ਬੈਠੇ ਨਾ, ਭਾਵੇਂ ਜਿੱਥੇ ਮਰਜ਼ੀ ਉਹਨਾਂ ਨੂੰ ਪਹੁੰਚਣਾ ਪੈਣਾ ਇੱਥੇ, ਠੀਕ ਆ ਨਾ। ਕੋਈ ਗੱਲ ਨਹੀਂ, ਸਰਾਵਾਂ ਵੇਲੀਆਂ ਪਈਆਂ ਅੱਜ ਕੱਲ੍ਹ, ਆਪਾਂ ਦੋ ਉਧਰ ਰੁਕ ਜਾਾਂਗੇ ਇੱਥੇ, ਠੀਕ ਆ। ਜੇ ਪ੍ਰਧਾਨ ਸਾਹਿਬ ਨੇ ਜੇ ਕੋਈ ਨਹੀਂ ਟਾਈਮ ਹੈਗਾ ਇਹਨਾਂ ਵਿਸ਼ਿਆਂ 'ਤੇ ਬੋਲਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਪ੍ਰਧਾਨ ਸਾਹਿਬ ਆਹ ਵੇਖੋ, ਤੁਹਾਨੂੰ ਬੇਨਤੀ ਕਰਦੇ ਹਾਂ ਆਪਾਂ ਕਿ ਤੁਸੀਂ ਆਪਣੀ ਰਾਜਨੀਤੀ ਇੱਕ ਬੰਨੇ ਸਾਂਭੋ। ਧਾਰਮਿਕ ਮਸਲਿਆਂ ਦੇ ਵਿੱਚ ਤੁਹਾਡੇ ਕੋਲ ਨਹੀਂ ਕੰਮ, ਤੁਹਾਡੇ ਕੋਲ ਹੋ ਰਿਹਾ, ਬੋਲਣ ਦਾ ਤੁਹਾਡੇ ਕੋਲ ਟਾਈਮ ਨਹੀਂ ਹੈਗਾ। ਅਤੇ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਵਾ, ਇਹਨਾਂ ਨੂੰ ਮੌਕਾ ਦਿਓ ਭਾਈ। ਅਸੀਂ ਤੁਹਾਨੂੰ ਕਰਕੇ ਵਿਖਾਉਂਦੇ ਹਾਂ ਵੀ ਗੁਰੂ ਦੇ ਸਿੱਖ ਅਸੀਂ ਵੀ ਹੈਗੇ ਹਾਂ ਭਾਈ, ਅਸੀਂ ਵੀ ਬਾਣੀ ਧਾਰਨੇ, ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ। ਕੀ ਗੱਲ ਸਾਨੂੰ ਹੱਕ ਨਹੀਂ ਹੈਗਾ ਕਿਸੇ ਅੱਗੇ ਬਣ ਕੇ ਕਿਸੇ ਨੂੰ ਸਵਾਲ ਕਰਨ ਦਾ, ਕਿਸੇ ਨੂੰ ਪੁੱਛਣ ਦਾ? ਅਸੀਂ ਤੁਹਾਨੂੰ ਕਰਕੇ ਵਿਖਾਉਂਦੇ ਹਾਂ ਵੀ ਇੱਦਾਂ ਕੰਮ ਹੁੰਦੇ ਆ ਭਾਈ। ਵੀਰ ਜੀ, ਮੈਂ ਬਿਲਕੁਲ ਲੁਧਿਆਣੇ ਤੋਂ ਆ ਤੁਹਾਡੇ ਸਾਹਮਣੇ ਅੱਜ ਗੁਰੂ ਨਾਨਕ ਦੇਵ ਹੌਸਪੀਟਲ ਧਰਤੀ 'ਤੇ ਖੜ੍ਹੇ ਆ। ਮੇਰੀ ਬੱਚੀ 2.5 ਸਾਲ ਦੀ ਐਡਮਿਟ ਆ ਇੱਥੇ। ਮੈਂ ਅੱਗੇ ਤੋਂ ਅੱਜ ਤੋਂ 3 ਸਾਲ ਪਹਿਲਾਂ ਲੁਧਿਆਣੇ ਵਿੱਚ ਸ਼ਿਮਲਾਪੁਰੀ ਦੇ ਵਿੱਚ ਅਜੇ ਵਰਮਾ ਨਾਂ ਦਾ ਬੰਦਾ ਜਿਹੜਾ ਵਾ, ਉਹਨੇ ਕੀ ਕੀਤਾ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਬੜੀ ਹੀ ਗੰਦੀਆਂ ਗਾਲਾਂ ਕੱਢੀਆਂ ਸੀ ਉਹਨੇ, ਠੀਕ ਆ। ਅਤੇ ਉਹਨੂੰ ਘਰੋਂ ਕੱਢ ਕੇ ਸੰਤ ਸਿਪਾਹੀ ਸੇਵਾ ਸੋਸਾਇਟੀ ਦੇ ਹਰੇਕ ਵਰਗ ਦੇ ਮੈਂਬਰ ਨੇ ਸਾਡੇ ਨਾਲ ਕੱਢ ਕੇ ਪ੍ਰਸ਼ਾਸਨ ਦੇ ਸਾਹਮਣੇ ਉਹਨੂੰ ਸੋਧਾ ਲਾਇਆ ਸੀ, ਘਰੋਂ ਕੱਢ ਕੇ, ਅਤੇ ਬਾਜ਼ਾਰ ਦੇ ਵਿੱਚ ਘਸੀਟਦਿਆਂ ਹੋਇਆਂ ਥਾਣੇ ਲੈ ਕੇ ਗਏ ਸੀ ਉਹਨੂੰ, ਠੀਕ ਆ, ਪ੍ਰਸ਼ਾਸਨ ਦੇ ਨਾਲ। ਅਤੇ ਭਾਵੇਂ ਕੋਈ ਮੰਤਰੀ ਆ ਅਤੇ ਭਾਵੇਂ ਕੋਈ ਸੰਤਰੀ ਆ, ਕੋਈ ਬੇਅਦਬੀ ਕਰੇਗਾ, ਕਿਸੇ ਦੀ ਸਿੱਖ ਨੂੰ ਪੱਗ ਲਾਏਗਾ ਨਾ, ਉਹਦਾ ਇੱਦਾਂ ਪ੍ਰਸ਼ਾਸਨ ਦੇ ਸਾਹਮਣੇ ਸੋਧਾ ਲੱਗੂਗਾ। ਅੱਜ ਮੈਂ ਮਜਬੂਰ ਹਾਂ, ਅੱਜ ਹੌਸਪੀਟਲ ਬੈਠਾ ਆਪਣੀ ਬੱਚੀ ਦੇ ਕੋਲ। ਜੇ ਅੱਜ ਕਿਤੇ ਲੁਧਿਆਣੇ ਮੈਂ ਹੁੰਦਾ ਨਾ, ਤਾਂ ਤੁਹਾਨੂੰ ਦਾਅਵੇ ਨਾ ਕਰਦਾ ਹੁਣ ਨੂੰ ਇਹ ਸਾਹ ਦੀਆਂ ਜੜਾਵਾਂ ਜਿਹੜੀਆਂ ਨਾ ਥੱਲੇ ਹੋਣੀਆਂ ਸੀ। ਫਿਰ ਜਿਹੜਾ ਪ੍ਰਸ਼ਾਸਨ ਵਾਲਾ ਵਾ, ਤੁਹਾਨੂੰ ਆਪਾਂ ਪੁੱਛਦੇ ਆਪਾਂ ਨੂੰ ਕਿ ਕੀ ਗੱਲ ਇੱਥੇ ਕਿਉਂ ਨਹੀਂ ਤੂੰ ਕਾਰਗੁਜ਼ਾਰੀ ਸਾਡੇ 'ਤੇ ਕਿਉਂ ਨਹੀਂ ਕਰਦਾ? ਅਤੇ ਮੈਂ ਬੇਨਤੀ ਕਰਨਾ ਚਾਹੁੰਦਾ ਨਿਹੰਗ ਸਿੰਘ ਜਥੇਬੰਦੀਆਂ ਨੂੰ, ਉਹ ਕਿ ਜਿੱਥੇ ਇਹ ਡੇਰੇਵਾਦ ਦੇ ਸਾਨੂੰ ਪੰਜਾਬ ਨੂੰ ਦੇਣ ਕੀ ਆ? ਐਡੀਆਂ ਪਿਓ ਵਾਲੀਆਂ ਤੁਸੀਂ ਉੱਤੇ ਜੜਾਵਾਂ ਰੱਖੀਆਂ ਹੁੰਦੀਆਂ, ਥੱਲੇ ਲੰਮੇ ਲੰਮੇ ਦਾੜੇ ਰੱਖੇ ਹੁੰਦੇ ਆ, ਅਤੇ ਕੀ ਫਾਇਦਾ ਤੁਹਾਡਾ ਉੱਥੇ ਜਾ ਕੇ ਸੂਟੇ ਲਾਉਂਦੇ ਹੋ? ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦਾ ਵਾਂ, ਉੱਥੇ ਜਾ ਕੇ ਖਾਲਸੇ ਦਾ ਜਿਹੜਾ ਨਾ ਨਿਸ਼ਾਨ ਜਾ ਕੇ ਚੜਾਓ, ਠੀਕ ਆ ਨਾ। ਪਤਾ ਲੱਗੇ ਕਿਸੇ ਨੂੰ, ਡੇਰੇ ਵਾਲੇ ਨੂੰ, ਵੀ ਜੇ ਆਪਾਂ ਦੁਬਾਰਾ ਕਿਸੇ ਸਿੱਖ ਦੀ ਪੱਗ ਨੂੰ ਜਾਂ ਦਾੜੀ ਨੂੰ ਹੱਥ ਪਾਇਆ ਨਾ, ਅਤੇ ਇਹਨਾਂ ਨੇ ਸਾਡੀਆਂ ਜ਼ਮੀਨਾਂ 'ਤੇ ਕਬਜ਼ੇ ਕਰਨੇ ਆ। ਔਰ ਗੁਰੂ ਸਾਹਿਬ ਕਬਜ਼ੇ ਕਰਨੇ ਵੀ ਸਾਡੇ ਜਾਇਜ਼ ਬਣਦੇ ਆ। ਮੈਂ ਜਥੇਬੰਦੀਆਂ ਨਾਲ ਗੱਲ ਕੀਤੀ ਹੋਈ ਆ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਉਹ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਨੂੰ ਵੀ ਆਉਂਦੇ ਤੱਕ ਉਹਨੂੰ ਜੇਲ੍ਹ ਭੇਜ ਦਿਓ, ਕਰੜੀ ਕਾਰਵਾਈ ਕਰੋ। ਡੇਰਾ ਤੇ ਤਾਂ ਹੁਣ ਖਾਲਸਾ ਹੀ ਸਾਂਭੂਗਾ। ਵੇਖੋ ਜੀ ਵੀਰ ਜੀ, ਮੈਂ ਤਾਂ ਇੱਕੋ ਬੇਨਤੀ ਕਰਨਾ ਚਾਹੁੰਦਾ ਵਾਂ ਸਾਰਿਆਂ ਨੂੰ ਕਿ ਅੱਜ ਜਿਹੜੀ ਆ ਕੌਮ ਤੁਹਾਨੂੰ ਨਾ, ਬਸ ਚਾਹੇ ਕੋਈ ਜਥੇਦਾਰ ਆ, ਚਾਹੇ ਕੋਈ ਪ੍ਰਧਾਨ ਆ, ਕੋਈ ਵੀ ਆ, ਉਹਨੂੰ ਕਹਿੰਦੇ ਕਿ ਲਿਫਾਫੇ 'ਚ ਨਿਕਲਿਆ ਜਥੇਦਾਰ ਆ। ਇਹ ਸਾਬਤ ਤੁਸੀਂ ਕਰਨਾ ਵਾ। ਕੌਮ ਦੇ ਹੱਕ ਦੇ ਵਿੱਚ ਕਰੜੇ ਫੈਸਲੇ ਲਓ, ਲੋਕਾਂ ਨੂੰ ਦੱਸੋ ਕਿ ਤੁਹਾਡੀ ਭਾਵਨਾ ਗਲਤ ਹੈ, ਤੁਹਾਡੀ ਸੋਚ ਗਲਤ ਆ, ਪਰ ਦੱਸੋਗੇ ਤਾਂ ਵਾ ਨਾ ਜੇ ਕੋਈ ਫੈਸਲਾ ਲਓਗੇ। ਤੇ ਜੇ ਤੁਸੀਂ ਕੋਈ ਚੁੱਪੀ ਰੱਖੋਗੇ ਤਾਂ ਲੋਕਾਂ ਨੇ ਫਿਰ ਤੁਹਾਨੂੰ ਵੀਰੇ ਇਹੀ ਕਹਿਣਾ। ਤੁਹਾਨੂੰ ਵੀਰ ਜੀ, ਮੰਗ ਇਹੀ ਕਰਦਾ ਵਾਂ ਕਿ ਅੱਜ ਘਟਨਾ ਹੋਈ ਆ, ਕੱਲ੍ਹ ਨੂੰ ਕਿਸੇ ਨਾਲ ਵੀ ਘਟਨਾ ਹੋ ਸਕਦੀ ਆ, ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਰੇ ਇਕੱਤਰ ਹੋ ਕੇ ਅਕਾਲ ਤਖਤ ਸਾਹਿਬ ਜਾਵੋ, ਉਹਨਾਂ ਨੂੰ ਕੋਲ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇ ਆਪਾਂ ਦੇ ਕੇ ਆਈਏ। ਸਾਰੇ ਜਣੇ ਪੁੱਛੀਏ ਇਹਨਾਂ ਨੂੰ ਕਿ ਜਥੇਦਾਰ ਸਾਹਿਬ ਕੀ ਗੱਲ, ਤੁਸੀਂ ਆਪਣੀ ਚੁੱਪੀ ਕਿਉਂ ਨਹੀਂ ਤੋੜਦੇ, ਕਿਉਂ ਨਹੀਂ ਕੋਈ ਇੱਦਾਂ ਦਾ ਫੈਸਲਾ ਲੈਂਦੇ? ਜੇ ਤੁਹਾਡੇ ਕੋਲ ਨਹੀਂ ਕੋਈ ਟਾਈਮ ਹੈਗਾ ਤਾਂ ਸਾਨੂੰ ਦੱਸੋ, ਸਾਨੂੰ ਮੌਕਾ ਦਿਓ, ਅਸੀਂ ਅੱਗੇ ਆਉਂਦੇ, ਸਾਨੂੰ ਲਿਖ ਕੇ ਦਿਓ ਸਾਨੂੰ ਜੀ। ਗੱਲ ਇਸ ਤਰ੍ਹਾਂ ਵਾ ਕਿ ਅਸੀਂ ਪ੍ਰਸ਼ਾਸਨ ਦੇ ਉੱਪਰ ਬੈਠੇ ਹਾਂ, ਆਪਣੇ ਧਰਮ ਦੇ ਠੇਕੇਦਾਰਾਂ ਦੇ ਉੱਤੇ ਆਸ ਲਾ ਕੇ ਬੈਠੇ ਹਾਂ, ਠੀਕ ਆ ਨਾ। ਅਤੇ ਵੇਖੋ, ਜਿੰਨੀ ਦੇਰ ਤੱਕ ਸਾਡੇ ਧਰਮ ਦੇ ਆਗੂ ਜੇ ਤਰੀਕੇ ਨਾਲ ਕੰਮ ਨਹੀਂ ਕਰਨਗੇ ਤਾਂ ਫਿਰ ਜਨਤਾ ਨੂੰ ਜਾਗਣਾ ਪੈਣਾ, ਇੱਕ ਆਮ ਸਿੱਖ ਨੂੰ ਤੁਰਨਾ ਪੈਣਾ ਵਾ। ਅਸੀਂ ਇੱਕ ਗੁਰੂ ਦੇ ਆਮ ਸਿੱਖ ਹਾਂ, ਅਸੀਂ ਬਾਣੇ ਧਾਰਨੀ ਹਾਂ,
ਜੇ ਅਸੀਂ ਲੋਕਾਂ ਦੇ ਆਪਣੇ ਲੀਡਰਾਂ ਵੱਲ ਮੂੰਹ ਵੱਲ ਵੇਖੀ ਜਾਵਾਂਗੇ ਤੇ ਕੱਲ ਨੂੰ ਕੋ ਸਾਡੀ ਪੱਗ ਨੂੰ ਹੱਥ ਪਏਗਾ। ਅੱਜ ਤੁਸੀਂ ਸਿਰ ਤੇ ਪੱਗ ਬੰਨ੍ਹ ਕੇ ਬੈਠੇ ਹੋ, ਕੱਲ ਨੂੰ ਕਿਸੇ ਲੀਡਰ ਦੀ ਤੁਸੀਂ ਇੰਟਰਵਿਊ ਕਰਨ ਜਾਓਗੇ, ਤੁਹਾਡੀ ਕੱਲ ਨੂੰ ਕੋ ਪੱਗ ਨੂੰ ਹੱਥ ਪਏਗਾ, ਉਹਦਾ ਜਵਾਬ ਦੇ ਕੌਣ ਆ? ਵੀਰੇ ਮਸਲਾ ਇਹ ਨਹੀਂ ਆ, ਮਸਲਾ ਆ ਕਿ ਇਹ ਜਿਹੜੀ ਇਹ ਚੁਣੌਤੀ ਜਿਹੜਾ ਵੀ ਕਿਤੇ ਕੰਮ ਹੁੰਦਾ ਵਾ ਉਹਨੂੰ ਸਾਂਭਣ ਦਾ, ਉਹਨੂੰ ਤਰੀਕੇ ਨਾਲ, ਠੀਕ ਹੈ ਨਾ। ਜੇ ਤੁਸੀਂ ਇਹ ਆ ਜਿਹੜਾ ਪੱਗ ਲਾਉਂਦਾ ਨਾ, ਐਸੇ ਪੱਗ ਦੇ ਨਾਲ ਉਹਦੇ ਗਲ 'ਚ ਪਾ ਕੇ ਉਹਨੂੰ ਸਰਿਆਮ ਫਾਹ ਦੇ ਦਿਓ, ਮੈਂ ਵੇਖਾਂਗਾ ਅਗਲੇ ਦਿਨ ਕਿੰਨੇ ਕੁ ਪੱਗ ਲਾਉਂਦੇ ਆ। ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਜਿਹੜਾ CM ਆ ਉਹ ਤਾਂ ਮੂੰਹ ਤੋੜ ਜਵਾਬ ਸੰਗਤ ਨੇ ਦੇ ਦਿੱਤਾ ਉਹਨੂੰ। ਅੱਜ ਕੱਲ੍ਹ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲਾਂ ਦਾ, ਸੋਸ਼ਲ ਮੀਡੀਆ ਦਾ, ਕਿ ਜਿਹੜਾ ਹਰ ਇੱਕ ਸਿੱਖ, ਆਮ ਸਿੱਖ ਦੀ ਜਿਹੜੀ ਆਵਾਜ਼ ਹੈ ਦੁਨੀਆ ਤੱਕ ਪਹੁੰਚ ਰਹੀ ਆ, ਠੀਕ ਆ ਨਾ। ਨਹੀਂ ਤਾਂ ਸਾਡੇ ਕੋਲ ਤਾਂ ਵੀਰੇ ਪਹਿਲਾਂ ਮੀਡੀਆ ਹੈ ਨਹੀਂ। ਜੇ ਅੱਜ ਸਾਡੀ ਸਿੱਖਾਂ ਦੀ ਬਾਹਰ ਦੇ ਦੁਨੀਆ ਤੱਕ ਆਵਾਜ਼ਾਂ ਨਹੀਂ ਪਹੁੰਚ ਸਕੀਆਂ ਨਾ, ਤੇ ਉਹ ਇੱਕ ਸਾਡੇ ਕੋਲ ਇੱਕ ਸਾਡੇ ਕੋਲ ਜਿਹੜੀ ਨਾ ਉਹ ਕਮਜ਼ੋਰੀ ਸੀ, ਉਹ ਮੀਡੀਆ। ਅੱਜ ਸਾਡੇ ਕੋਲ ਗੁਰੂ ਦੀ ਕਿਰਪਾ ਨਾਲ ਸੋਸ਼ਲ ਮੀਡੀਆ ਬਹੁਤ ਵਧੀਆ ਤਰੀਕੇ ਨਾਲ ਜ਼ਰੀਆ ਇੱਕ ਵਧੀਆ ਬਣ ਚੁੱਕਾ ਵਾ। ਔਰ ਮੈਂ ਜਿੱਥੇ ਮੈਂ ਸੰਗਤ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਇਹ ਜਿਹੜਾ ਮੀਡੀਆ ਦਾ ਨਾ ਵਧੀਆ ਤਰੀਕੇ ਨਾਲ ਇਸਤੇਮਾਲ ਕਰੋ, ਠੀਕ ਆ ਨਾ। ਇਹਦਾ ਦੁਰਉਪਯੋਗ ਨਾ ਕਰੋ, ਤਾਂ ਜੋ ਇਹ ਜਿਹੜੇ ਲੋਕ ਨੇ, ਸ਼ਰਾਰਤੀ ਲੋਕ ਆ, ਤੁਹਾਡੇ ਤੇ ਵੰਨ-ਸੁਵੰਨੀਆਂ ਝੂਠੀਆਂ ਧਾਰਾਵਾਂ ਲਾ ਕੇ ਤੁਹਾਨੂੰ ਅੰਦਰ ਕਰ ਸਕਣ। ਇਸ ਕਰਕੇ ਜੇ ਕੋਈ ਵਧੀਆ ਤਰੀਕੇ ਨਾਲ ਇਸਤੇਮਾਲ ਕਰੋਗੇ ਤਾਂ ਇਹ ਤੁਹਾਡੇ ਵਾਸਤੇ ਬਹੁਤ ਵੱਡਾ ਸਹਾਇਕ ਬਣ ਸਕੇਗਾ। ਵੀਰ ਜੀ ਨਾਮਧਾਰੀਆਂ ਨੂੰ, ਵੀਰਾਂ ਨੂੰ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੱਲਾਂ ਦੋ ਕਰਨੀਆਂ ਨੇ। ਜਾਂ ਤਾਂ ਸ਼ਰੇਆਮ ਕਹਿ ਦਿਓ ਵੀ ਅਸੀਂ ਗੁਰੂ ਨਾਨਕ ਦੇ ਸੱਚੇ ਸਿੱਖ ਆ ਅਤੇ ਗੁਰੂ ਨਾਨਕ ਦੀ ਧਾਰਨਾ ਨੂੰ ਮੰਨਦੇ ਆ, ਠੀਕ ਆ, ਅਤੇ ਜਾਂ ਫਿਰ ਕਹਿ ਦਿਓ ਵੀ ਦੂਜੇ ਧਰਮਾਂ ਨੂੰ ਇਹ ਬੰਦੇ ਹੈਗੇ ਆ। ਦੈਟਸ ਇਟ, ਗੱਲ ਖਤਮ ਹੋ ਗਈ ਯਾਰ। ਲੱਗਦਾ ਵੀਰ ਮੇਰਿਆ, ਸਿਆਣੇ ਕਹਿੰਦੇ ਨੇ ਕਿ ਜਦੋਂ ਵੀ ਕੋਈ ਮਾਰਦਾ ਆਪਣਾ ਹੀ ਮਾਰਦਾ ਵਾ, ਠੀਕ ਆ। ਅਤੇ ਜਿਹੜਾ ਵਿਕ ਜਾਂਦਾ ਨਾ, ਉਹ ਚਾਹੇ ਕੋਈ ਆ, ਚਾਹੇ ਮੈਂ ਹੋਵਾਂ, ਚਾਹੇ ਉਹ ਕੋਈ ਹੋਵੇ, ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਉਹ ਗੰਗੂ ਦੇ ਸਭ ਔਲਾਦਾਂ ਉਹਦੀਆਂ ਨੇ, ਠੀਕ ਆ। ਜੇ ਕੱਲ੍ਹ ਨੂੰ ਮੈਂ ਵਿਕ ਜਾਂਗਾ ਨਾ, ਦਵਿੰਦਰ ਸਿੰਘ ਵਿਕ ਜੇਗਾ, ਤਾਂ ਮੇਰੇ ਕੋਲ ਗੁਰੂ ਦਾ ਸਿੱਖ ਨਾ ਕਵੇ ਕੋਈ, ਗੰਗੂ ਦੀ ਔਲਾਦ ਕਿਉਂ, ਠੀਕ ਆ। ਅਤੇ ਜੇ ਕੋਈ ਚੜ੍ਹਦੀ ਕਲਾ ਵਾਲੇ ਸਿੱਖ ਹੈਗੇ ਨੇ ਤਾਂ ਉਹ ਵਾਕਈ ਗੁਰੂ ਗੋਬਿੰਦ ਸਿੰਘ ਸੱਚੇ ਸਿੱਖ ਆ। ਅਤੇ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਮੈਂ ਕਹਿੰਦਾ ਆਪਣੇ ਧੌਣ ਕਟਵਾ ਸਕਦਾ, ਸਾਹਮਣੇ ਬੱਚੇ ਮਰਵਾ ਸਕਦਾ, ਪਰ ਵਿਕਦਾ ਨਹੀਂ। ਅਤੇ ਜਿਹੜੇ ਵਿਕ ਜਾਂਦੇ ਨਾ, ਉਹ ਗੰਗੂ ਦੀ ਔਲਾਦ ਆ। ਦੱਸ ਦਈਏ ਕਿ ਸਿਹਤ ਮਹਿਕਮੇ ਦੇ ਮੁਲਾਜ਼ਮ ਮਸਤਾਨ ਸਿੰਘ ਨਾਲ ਡੇਰੇ 'ਚ ਅਣਮਨੁੱਖੀ ਤਸ਼ੱਦਦ ਕਰਨ ਦੀ ਵੀਡੀਓ ਨੇ ਚਾਰੇ ਪਾਸੇ ਭੜਥੂ ਮਚਾ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਪੀੜਤ ਮਸਤਾਨ ਸਿੰਘ ਦੇ ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਗ੍ਰਿਫਤਾਰ ਕਰਦੀ ਹੈ ਜਾਂ ਫਿਰ ਉਹ ਸੰਤ ਸਿਪਾਹੀ ਗਰੁੱਪ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਧੱਕੇ ਚੜ੍ਹੇਗਾ, ਜੋ ਉਸ ਦੀ ਉਸੇ ਤਰ੍ਹਾਂ ਤਸੱਲੀ ਕਰਵਾਉਣਗੇ ਜਿਸ ਤਰ੍ਹਾਂ ਉਸਨੇ ਸਿੱਖ ਨੌਜਵਾਨ ਤੇ ਤਸ਼ੱਦਦ ਕੀਤਾ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।